ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੱਖਣੀ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਆਉਂਦੀ, ਉਹਦੀ ਕਥਾ ਤੇ ਉਹਨਾਂ ਦੇ ਜਨਮ ਦੇ ਬਾਰੇ ਜਦੋਂ ਮਹਾਰਾਜ ਨੇ ਦੱਸਿਆ ਸੀਗਾ ਉਹ ਸਰਵਣ ਕਰਾਂਗੇ ਆਪਾਂ। ਸੋ ਆਓ ਜੀ, ਹੁਣ ਆਪਾਂ ਸਰਵਣ ਕਰਦੇ ਹਾਂ। ਬੀਤਿਓ ਫਾਗਣ ਚੇਤ ਜਬ ਨਿਕਟ ਮੇਖ ਸੰਗਰਾਂਤ। ਜਦੋਂ ਫੱਗਣ ਦਾ ਚੇਤ ਦਾ ਮਹੀਨਾ ਬੀਤ ਗਿਆ, ਵਿਸਾਖ ਦੀ ਸੰਗਰਾਂਦ ਨੇੜੇ ਆ ਗਈ। ਗੁਰੂ ਜੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਬੜੀਆਂ ਆਈਆਂ। ਜਿਵੇਂ ਜਿਵੇਂ ਗੁਰੂ ਜੀ ਦਾ ਜੱਗ ਦੇ ਵਿੱਚ ਜਸ ਫੈਲਿਆ, ਤਿਵੇਂ ਤਿਵੇਂ ਵੱਡੀ ਗਿਣਤੀ ਵਿੱਚ ਮੇਲਾ ਭਰਦਾ। ਚਾਰੇ ਪਾਸਿਆਂ ਦੀਆਂ ਸੰਗਤਾਂ ਇਸ ਤਰ੍ਹਾਂ ਗੁਰੂ ਜੀ ਨੂੰ ਪਿਆਰ ਕਰਦੀਆਂ ਜਿਵੇਂ ਚਕੋਰਾਂ ਚੰਦਰਮਾ ਦੇ ਨਾਲ ਪ੍ਰੇਮ ਕਰਦੀਆਂ ਨੇ। ਕਨ ਚਕੋਰ ਸਸ ਪ੍ਰੇਮੀ ਜੈਸੇ, ਚੌਂਦਿਸ਼ ਤੇ ਸੰਗਤ ਚ ਐਸੇ। ਜਿਵੇਂ ਗੂੜੀਆਂ ਘਟਾਂ ਦੀ ਗਰਜ ਨੂੰ ਮੋਰ ਚਾਹੁੰਦੇ ਆ, ਤਿਵੇਂ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਬੜੇ ਹੀ ਉਤਸ਼ਾਹਿਤ ਹੁੰਦੇ ਆ। ਉਹ ਵੱਡੇ ਵੱਡੇ ਟੋਲੇ ਬੰਨ੍ਹ ਕੇ ਆਉਂਦੇ ਆ। ਸਿੱਖਾਂ ਦੇ ਝੁੰਡ ਮਿਲ ਮਿਲ ਕੇ ਰਾਹ 'ਚ ਮਿਲਦੇ ਆ। ਸ਼ਬਦਾਂ ਦਾ ਗਾਇਨ ਕਰਕੇ ਪ੍ਰੇਮ 'ਚ ਰੰਗੇ ਜਾਂਦੇ ਆ। ਆਪਸ ਵਿੱਚ ਮਿਲ ਕੇ ਸੇਵਾ ਸਿਮਰਨ ਕਰਦੇ ਆ। ਗੁਰੂ ਮਹਾਰਾਜ ਦੀ ਵੱਡੀ ਭਗਤੀ ਚਿੱਤ ਵਿੱਚ ਜਾਗੀ ਆ ਜੀ। ਨਈ ਰੀਤ ਧਰ ਸ਼ੁਭ ਮਤ ਮੱਤੇ, ਵਾਹਿਗੁਰੂ ਜੀ ਕੀ ਕਹਿ ਫਤਿਹ। ਨਵੀਂ ਸ਼ੁਭ ਰੀਤੀ ਹੁਣ ਉਹਨਾਂ ਅੰਦਰ ਹੋਈ ਆ। ਹੁਣ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾਉਣੀ ਛੱਡਤੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ। 2 ਵਾਰ ਸਮੇਂ ਸਿਰ ਕੰਘਾ ਕਰਦੇ ਆ। ਸਿੰਘ ਹੁਣ ਬਾਣੀ ਪੜ੍ਹ ਕੇ ਸਿੱਖਣੀਆਂ ਸੁਚੇਤ ਹੋ ਜਾਂਦੇ ਆ। ਬੈਠੇ ਹੰਸਨ ਕੀ ਸਮ ਪੰਗਤ, ਗੁਰੂ ਪੰਥ ਕੀ ਅਦਭੁਤ ਰੰਗਤ। ਹੰਸਾਂ ਵਰਗੀਆਂ ਪੰਗਤੀਆਂ ਬਣਾ ਕੇ ਬੈਠ ਜਾਂਦੇ ਆ ਤੇ ਗੁਰੂ ਪੰਥ ਦਾ ਉਹਨਾਂ ਉੱਤੇ ਬੜਾ ਹੀ ਅਨੁਭਵ, ਬਹੁਤ ਹੀ ਸੁੰਦਰ ਜਿਹੜਾ ਰੰਗ ਆ ਉਹ ਹੁਣ ਚੜ੍ਹ ਚੁੱਕਾ। ਕਿਉਂਕਿ ਹੁਣ ਖਾਲਸੇ ਨੇ ਸਿਰ ਮੂੰਹ ਤੇ ਕੇਸ ਦਾੜੀ ਰੱਖਣੇ ਸ਼ੁਰੂ ਕਰ ਦਿੱਤੇ ਆ ਤੇ ਮਾਨੋ ਦੇਵਤਿਆਂ ਵਰਗੇ ਲੱਗਦੇ ਆ। ਸੋਹਤ ਕੇਸ਼ਨ ਸ਼ਮਸ਼ ਸਮੇਤ, ਮਨੋ ਜਨਾਏ ਦੇਵਤਨ ਭੇਤ। ਤਾਂ ਸਾਰੇ ਬੜੇ ਸੋਹਣੇ ਲੱਗਦੇ ਆ। ਰਹਿਤ ਮਰਿਆਦਾ ਦੇ ਅਨੁਸਾਰ ਰਹਿਣ ਲੱਗ ਗਏ। ਮੁੱਛਾਂ ਵਾਲੇ ਸੂਰਬੀਰ ਯੋਧੇ ਆ। ਸਾਰੀ ਸੰਗਤ ਆਨੰਦਪੁਰ ਆਈ ਆ। ਸਾਰੇ ਆਪਣੀਆਂ ਆਪਣੀਆਂ ਭਾਈ ਭਟਾਵਾਂ ਲੈ ਕੇ ਆਏ ਆ। ਜਦੋਂ ਵਿਸਾਖੀ ਦਾ ਦਿਹਾੜਾ ਆ ਗਿਆ, ਸਤਿਗੁਰ ਕਾਰਨ ਫਰਸ਼ ਡਸਾਇਓ, ਦਿਵਸ ਵਿਸੋਇਓ ਕੋ ਜਬ ਆਇਓ। ਸਤਿਗੁਰੂ ਜੀ ਵਾਸਤੇ ਗਲੀਚੇ ਵਿਛਾਏ ਸਿੱਖਾਂ ਨੇ, ਸੰਗਤਾਂ ਵਾਸਤੇ ਸੇਵਾ ਕੀਤੀ ਆ। ਗੁਰੂ ਜੀ ਦਾ ਸਿੰਘਾਸਣ ਢਾਹ ਦਿੱਤਾ। ਅਣਗਿਣਤ ਸਿੱਖ ਸੰਗਤਾਂ ਦਾ ਮੇਲਾ ਉੱਥੇ ਆ ਗਿਆ। ਗੁਰੂ ਮਹਾਰਾਜ ਨੇ ਸਰੀਰ ਉੱਪਰ ਸੁੰਦਰ ਸ਼ਾਸਤਰ ਤੇ ਵਸਤਰ ਧਾਰਨ ਕੀਤੇ ਹਨ। ਸੁੰਦਰ ਗਹਿਣੇ ਜਿਹੜੇ ਹੀਰਿਆਂ ਨਾਲ ਜੜੇ ਹੋਏ ਆ। ਮਹਾਰਾਜ ਇਵੇਂ ਬਾਹਰ ਨਿਕਲੇ ਸਜ ਕੇ, ਸ਼ੇਰ ਗੁਫਾ ਤੇ ਨਿਕਸੇ ਜੈਸੇ। ਜਿਵੇਂ ਭਾਈ ਸ਼ੇਰ ਗੁਫਾ ਦੇ ਵਿੱਚੋਂ ਨਿਕਲਦਾ ਹੈ। ਘੋੜੇ ਤੇ ਚੜ੍ਹ ਕੇ ਸਭਾ ਵਾਲੇ ਸਥਾਨ ਤੇ ਮਹਾਰਾਜ ਆ ਗਏ। ਹਜ਼ਾਰਾਂ ਲੋਕਾਂ ਨੇ ਸੀਸ ਝੁਕਾਏ ਆ। ਲੋਕ ਹਜ਼ਾਰੋਂ ਸੀਸ ਨਿਵਾਏ। ਬੈਠੇ ਜਾਏ ਸਿੰਘਾਸਣ ਫੇਰ, ਸੰਗਤ ਝੁਕੀ ਬਰਿੰਦ ਕਬੀਰ। ਬੜੇ ਆਦਰ ਦੇ ਨਾਲ ਸੰਗਤਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ। ਸੰਗਤਾਂ ਦੀ ਬੜੀ ਭੀੜ ਹੋ ਗਈ। ਵੇਖ ਵੇਖ ਕੇ ਸਿੱਖ ਆਪਣੇ ਦੁੱਖ ਦੂਰ ਕਰ ਰਹੇ ਆ। ਇੱਕ ਸਿੱਖਣੀ ਆ ਸ਼ਾਦੇ ਮੁਖ ਸਿੱਖਣੀ ਆਵੇ, ਪਹੁੰਚੇ ਨਿਕਟ ਨ ਪੁਨ ਹਟ ਜਾਵੇ। ਇੱਕ ਸਿੱਖਣੀ ਘੁੰਡ ਕੱਢ ਕੇ ਆਈ ਸੀ। ਉਹ ਗੁਰੂ ਜੀ ਦੇ ਨੇੜੇ ਨਹੀਂ ਸੀ ਆਉਂਦੀ, ਪਿੱਛੇ ਹਟ ਜਾਂਦੀ ਸੀਗੀ। ਮਨੁੱਖਾਂ ਦੀ ਵੱਡੀ ਭੀੜ ਵੇਖਦੀ ਬਹੁਤ ਚਾਹੁੰਦੀ ਸੀਗੀ, ਪਰ ਨੇੜੇ ਨਹੀਂ ਸੀ ਹੋ ਸਕਦੀ। ਸਤਿਗੁਰਾਂ ਨੇ ਤੇ ਉਹ ਆਪਦੀ ਜਿਹੜੀ ਸਿੱਖਣੀ ਆ ਉਹਦੇ ਮਨ ਦੀ ਗਤੀ ਜਾਣ ਕੇ ਕਰਿਓ ਪਠਾਵਣ ਸਿੱਖ ਅਰਦਾਸੀ। ਇੱਕ ਅਰਦਾਸੀਏ ਸਿੱਖ ਨੂੰ ਉਹਦੇ ਕੋਲ ਭੇਜਿਆ। ਕਹਿੰਦੇ ਉਹਨੂੰ ਲੈ ਕੇ ਆਓ ਜੀ। ਇੱਥੇ ਗੁਰੂ ਜੀ ਦੀ ਹਜ਼ੂਰੀ ਵਿੱਚ ਮਹਾਰਾਜ ਜੀ ਵਿੱਚ ਉਹਨੂੰ ਲਿਆਂਦਾ ਗਿਆ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨੂੰ ਭਾਈ ਕੀ ਪਰੇਸ਼ਾਨੀ ਜਾਂ ਦੁੱਖ ਆ, ਜਾ ਕੇ ਇੱਕ ਵਾਰ ਪੁੱਛੋ ਤਾਂ ਸਹੀ। ਉਹਦੇ ਪਰਿਵਾਰ ਦੇ ਜਿਹੜੇ ਹੋਰ ਵੀ ਮੈਂਬਰ ਆ ਉਹ ਉਸ ਸਮੇਂ ਸਭਾ ਦੇ ਵਿੱਚ ਬੈਠੇ ਸੀਗੇ। ਘੁੰਡ ਕੱਢਿਆਂ ਹੀ ਉਹਨੇ ਮੱਥਾ ਟੇਕਿਆ
ਤੇ ਸਤਿਗੁਰ ਅੱਗੇ ਖੜੀ ਹੋ ਗਈ ਆ। ਘੂੰਗਟ ਕਾਢੇ ਮਸਤਕ ਟੇਕਾ, ਖਰੀ ਅਗਾਰੀ ਜਲਦ ਵਿਵੇਕਾ। ਗੁਰੂ ਜੀ ਨੇ ਮੁਖ ਤੋਂ ਫਰਮਾਇਆ, ਕਹਿੰਦੇ ਹੇ ਸਿੱਖਣੀ, ਚਿੱਤ ਵਿੱਚ ਭਾਈ ਤੁਸੀਂ ਕੀ ਵਿਚਾਰਿਆ ਹੈ? ਤਾਂ ਉਸ ਬੀਬੀ ਨੂੰ ਬੇਨਤੀ ਕੀਤੀ ਆ। ਗੁਰੂ ਜੀ ਚੰਗੀ ਤਰ੍ਹਾਂ ਜਾਣਦੇ ਹਨ, ਪਰ ਅਰਦਾਸੀਆ ਕਹਿਣ ਲੱਗਾ, ਫਿਰ ਵੀ ਸੰਗਤ ਚੰਗੀ ਤਰ੍ਹਾਂ ਤੁਹਾਡੀ ਬੇਨਤੀ ਸੁਣਨ ਦੀ ਚਾਹਵਾਨ ਹੈ। ਗੁਰੂ ਸਾਹਿਬ ਤਾਂ ਜਾਣਦੀ ਆ ਵੀ ਤੇਰੇ ਮਨ 'ਚ ਕੀ ਆ, ਪਰ ਤੂੰ ਆਪਣੇ ਨਿੱਜੀ ਬਿਰਤਾਂਤ ਨੂੰ ਬਾਹਰ ਕੱਢੋ, ਆਪਣੀ ਬਿਥਿਆ ਸੁਣਾਓ ਜੀ। ਹੱਥ ਜੋੜ ਕੇ ਉਹ ਬੀਬੀ ਕਹਿਣ ਲੱਗੀ, ਇਸਤਰੀ, ਸੱਚੇ ਪਾਤਸ਼ਾਹ ਸਤਿਗੁਰੂ ਜੀ, ਮਾਤ ਪਿਤਾ ਰਾਏਪੁਰ ਮੇਰੇ, ਹੁਤੀ ਕੁਮਾਰੀ ਜਬ ਇੱਕ ਬੇਰੇ। ਜਦੋਂ ਮੈਂ ਕੁਵਾਰੀ ਹੁੰਦੀ ਸੀਗੀ, ਵਿਆਹੀ ਨਹੀਂ ਸੀਗੀ, ਭਾਵ ਉਦੋਂ ਮੇਰੇ ਮਾਤਾ ਪਿਤਾ ਨਾ ਰਾਏਪੁਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਇੱਕ ਬੜਾਈ ਬਿਰਧ ਸਾਧੂ ਸਾਡੇ ਘਰ ਵਿੱਚ ਆ ਕੇ ਰਿਹਾ। ਮੇਰੇ ਮਾਤਾ ਪਿਤਾ ਜੀ ਉਹਦੀ ਬੜੀ ਸੇਵਾ ਕਰਦੇ ਸੀਗੇ, ਖਾਣ ਪੀਣ ਨੂੰ ਉਹਨੂੰ ਭੋਜਨ ਛਕਾਉਂਦੇ। ਸੇਵਾ ਕਰੇ ਮਾਤ ਪਿਤ ਮੇਰੇ, ਖਾਣ ਪਾਨ ਤੇ ਆਏ ਕਨੇਰੇ। ਉਹ ਫਿਰ 5 ਸਾਲ ਤੱਕ ਸਾਡੇ ਘਰੇ ਰਿਹਾ, ਬੜਾ ਹੀ ਸੁੱਖ ਪਾਇਆ ਉਹਨੇ। ਮੈਂ ਵੀ ਆਪਦੇ ਮਾਤਾ ਜੀ ਦੇ ਨਾਲ ਸੀਗੀ, ਤਾਂ ਮੈਂ ਕੁਵਾਰੀ ਬੱਚੀ ਸੀਗੀ, ਪਰ ਮੈਂ ਵੀ ਬੜੀ ਸੇਵਾ ਕਰਦੀ ਸੀਗੀ। ਉਹ ਸਾਨੂੰ ਨਾ ਬਹੁਤ ਕਥਾ ਸੁਣਾਉਂਦੇ ਹੁੰਦੇ ਸੀਗੇ, ਕਹਾਣੀਆਂ ਵੀ ਸੁਣਾਉਂਦੇ ਹੁੰਦੇ ਸੀਗੇ, ਤੇ ਮੈਂ ਵੀ ਉਹ ਕਥਾਵਾਂ ਸੁਣਦੀ ਰਹਿੰਦੀ। ਤੇ ਬਰਸਾਣੇ ਪਿੰਡ ਦਾ ਇੱਕ ਖੱਤਰੀ ਸੀਗਾ, ਉਹਨਾਂ ਦਾ ਇੱਕ ਪੁੱਤਰ ਸੀਗਾ ਜਿਹੜਾ, ਜਦੋਂ ਮੈਂ ਵੱਡੀ ਹੋਈ, ਥੋੜੀ ਜਵਾਨ ਹੋ ਗਈ, ਤੇ ਉਦੋਂ ਮੈਨੂੰ ਉਹਦੇ ਨਾਲ ਵਿਆਹ ਦਿੱਤਾ। ਤੇ ਤਿਸਕੀ ਸਿੱਖਣੀ ਮੁਝ ਕੋ ਜਾਨੂ, ਮੈਂ ਹੁਣ ਉਹ ਸਿੱਖ ਦੀ ਸਿੱਖਣੀ ਆ। ਉਹ ਸਿੱਖ ਨੂੰ ਵੀ ਭਲਾ ਗੁਰਮੁਖੀ ਪਛਾਣੂ ਜੀ। ਜਿਹੜਾ ਵੀ ਸਿੱਖ ਸੰਤ ਕਿਤੇ ਬਾਹਰ ਵੇਖਦਾ, ਉਹ ਮੇਰੇ ਪਤੀ ਦੇਵ ਜੀ ਉਹਨੂੰ ਆਪਦੇ ਘਰ ਵਿੱਚ ਲੈ ਆਉਂਦੇ ਆ। ਪ੍ਰੇਮ ਕਰੋ ਮੈਂ ਪੀਸ ਪਕਾਵੋ, ਲੈ ਖੁਸ਼ੀ ਕਰ ਤਿਆਰ ਛਕਾਵੋ। ਮੈਂ ਵੀ ਬੜੇ ਪ੍ਰੇਮ ਦੇ ਨਾਲ ਆਟਾ ਪੀਸਦੀ ਆ, ਲੰਗਰ ਤਿਆਰ ਕਰਕੇ ਉਹਨਾਂ ਨੂੰ ਛਕਾਉਣੀ ਆ। ਆਪਣੇ ਪਤੀ ਨਾਲ ਮੇਰੀ ਬਹੁਤ ਚੰਗੀ ਬਣਦੀ ਆ। ਮੈਂ ਸਿੱਖਾਂ ਦੀ ਬਹੁਤ ਸੇਵਾ ਕਰਦੀ ਆ ਮਹਾਰਾਜ। ਸੰਤਨ ਤੇ ਮੈਂ ਪੂਰਬ ਸੁਣਿਓ, ਤੇਰੇ ਕੋ ਇੱਕ ਅਲੰਭ ਪਤ ਗਣਿਓ। ਸੰਤਾਂ ਪਾਸੋਂ ਮੈਂ ਪਹਿਲਾਂ ਸੁਣ ਕੇ ਰੱਖਿਆ ਕਿ ਇੱਕ ਇਸਤਰੀ ਦੇ ਵਾਸਤੇ ਉਹਦਾ ਪਤੀ ਹੀ ਅਸਲ ਦੇ ਵਿੱਚ ਵੱਡਾ ਆਸਰਾ ਹੁੰਦਾ ਹੈ। ਇਸ ਕਰਕੇ ਜੀ ਮੈਂ ਬਹੁਤ ਸੇਵਾ ਕਰਦੀ ਹਾਂ। ਮੈਂ ਆਪਣੇ ਪਤੀ ਨੂੰ ਹੀ ਗੁਰੂ ਪਰਮੇਸ਼ਰ ਕਰਕੇ ਜਾਣਦੀ ਹਾਂ। ਮੇਰੇ ਸਹੁਰਿਆਂ ਦਾ ਸਾਰਾ ਪਰਿਵਾਰ, ਦੇਵਰ ਜੇਠ ਬੀਬੀਆਂ, ਉਹ ਸਹੁਰਿਆਂ ਦੇ ਵਿੱਚੋਂ ਨਾ ਇੱਥੇ ਆਏ ਹੋਏ ਆ। ਮਮ ਸਸਰੇ ਕੋ ਸਭ ਪਰਿਵਾਰਾ, ਦੇਵਰ ਜੇਠ ਸੰਗਦਾਰਾ। ਤੁਹਾਡੇ ਦਰਸ਼ਨ ਵਾਸਤੇ ਆਏ ਆ ਸਾਰੇ। ਮੇਰੇ ਪਤੀ ਦਰਸ਼ਨ ਕਰਕੇ ਫਿਰ ਚਲੇ ਜਾਂਦੇ ਆ। ਮੈਂ ਭਾਗ ਰਹਿਤ ਪਾਪਣ ਨੇ ਵਿਚਾਰਿਆ ਕਿ ਮੈਂ ਕਦੇ ਉਸ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ, ਪਰ ਮੈਂ ਸਿੱਖਾਂ ਦੀ ਬਹੁਤ ਸੇਵਾ ਕਰਦੀ ਹਾਂ, ਪਰ ਗੁਰੂ ਜੀ ਦੇ ਮੈਨੂੰ ਦਰਸ਼ਨ ਨਹੀਂ ਹੋਏ। ਹਿਰਦੇ ਵਿੱਚ ਸੋਚਦੀ ਹਾਂ ਤੇ ਗੁਰੂ ਜੀ ਦੇ ਦਰਸ਼ਨ ਕਰਨ ਜਾਵਾਂਗੀ, ਤੇ ਬਾਅਦ 'ਚ ਕੋਈ ਸਿੱਖ ਆ ਗਿਆ ਘਰੇ, ਉਹਦੀ ਸੇਵਾ ਕੌਣ ਕਰੇਗਾ? ਕਹਿੰਦੇ ਇਸ ਵਾਰ ਨਾ ਸਾਡਾ ਸਾਰਾ ਪਰਿਵਾਰ ਹੀ ਆ ਗਿਆ। ਫਿਰ ਮਹਾਰਾਜ ਸਭ ਕੁਟੁੰਬੀਨ ਅਬ ਕੇ ਆਨੀ, ਲੱਖ ਦਰਸ਼ਨ ਕੀ ਚਾਹੇ ਮਹਾਨੀ। ਕਿਉਂਕਿ ਆਪ ਜੀ ਦੇ ਦਰਸ਼ਨਾਂ ਦੀ ਵੱਡੀ ਚਾਹਤ ਹੈ। ਮੇਰੇ ਪਤੀ ਦੀ ਮਰਜ਼ੀ ਨਹੀਂ ਸੀਗੀ, ਫਿਰ ਵੀ ਸਾਰਿਆਂ ਦੀ ਸੰਗੀ ਰਹੀ। ਹਾਂ, ਇੱਧਰ ਤੁਹਾਡੇ ਪਾਸ ਆਈਆਂ ਚੱਲ ਕੇ, ਪਰ ਮੇਰਾ ਧਿਆਨ ਉਹ ਘਰ ਦੇ ਵਿੱਚ ਆ ਵੀ ਕੋਈ ਖਾਲੀ ਨਾ ਮੁੜ ਜੇ ਸਾਧੂ ਸੰਤ। ਆਪ ਜੀ ਦੇ ਕੋਲ ਬੜੀ ਭੀੜ, ਇੱਥੇ ਸੰਗਤ ਜਮ੍ਹਾਂ ਹੋਈ ਆ। ਮੈਂ ਹਿਰਦੇ 'ਚ ਵਿਚਾਰ ਕੀਤੀ ਆ, ਮਮ ਪਾਪਣ ਕੋ ਦਰਸ਼ਨ ਕਹਾਂ, ਚੱਲ ਕਰ ਆਈ ਤਹੂ ਨਾ ਲਹਾਂ। ਮੈਨੂੰ ਪਾਪਣ ਨੂੰ ਕਿੱਥੇ ਦਰਸ਼ਨ ਹੋਣਗੇ? ਮੈਂ ਆਈਆਂ, ਏਡਾ ਭਾਵ ਸੰਗਤ ਆ, ਫਿਰ ਵੀ ਦਰਸ਼ਨ ਨਹੀਂ ਹੋਏ। ਚੱਲ ਕੇ ਆਈਆਂ, ਮੈਂ ਜਾ ਕੇ ਹੁਣ ਲੰਗਰ ਵਿੱਚ ਹੀ ਸੇਵਾ ਕਰ ਲੈਂਦੀ ਹਾਂ। ਤੁਸੀਂ ਅੰਤਰਜਾਮੀ ਸੀਗੇ ਮਹਾਰਾਜ, ਤੇ ਤੁਸੀਂ ਮੇਰੇ ਮਨ ਦੀ ਗੱਲ ਨੂੰ ਜਾਣ ਲਿਆ। ਇਹ ਅਰਦਾਸੀਏ ਨੂੰ ਭੇਜ ਕੇ ਨਾ, ਤੇ ਮੇਰੀ ਗੱਲ ਤੁਸੀਂ ਸਮਝ ਲਈ ਆ। ਪਠਿਓ ਸਿੱਖ ਤਿਨ ਜਾਏ ਹਕਾਰੀ, ਤੇ ਉਹਨੂੰ ਮੇਰੇ ਕੋਲ ਭੇਜਿਆ ਸਿੱਖ ਨੂੰ, ਅਰਦਾਸੀਏ ਨੂੰ। ਉਹਨੇ ਮੈਨੂੰ ਆ ਕੇ ਕਿਹਾ ਤੈਨੂੰ ਸਤਿਗੁਰੂ ਜੀ ਯਾਦ ਕਰਦੇ ਆ। ਤਾਂ ਮੇਰਾ ਮਨ ਇੰਨਾ ਜ਼ਿਆਦਾ ਮਹਾਰਾਜ ਖੁਸ਼ੀ ਨਾਲ ਭਰ ਗਿਆ। ਸਤਿਗੁਰ ਤੋਂ ਇਹ ਬੁਲਾਵਣ ਕਰਿਓ, ਸੁਣ ਆਨੰਦ ਮੇਰੋ ਉਰ ਭਰਿਓ। ਇੰਨੀ ਭਾਵ ਮੈਨੂੰ ਖੁਸ਼ੀ ਇੰਨੀ ਹੋ ਗਈ ਆ ਵੀ ਮੈਂ ਗਦ-ਗਦ ਹੋ ਗਈ ਆ। ਮਹਾਰਾਜ ਜੀ ਤੁਸੀਂ ਮੇਰੇ ਤੇ ਇੰਨੀ ਕਿਰਪਾ ਕਰ ਦਿੱਤੀ। ਅੰਤਰਜਾਮੀ ਸਤਿਗੁਰੂ ਬਿਨ ਬੋਲ ਤਾ ਪਛਾਨੈ, ਅੰਤਰਜਾਮੀ ਜਾਣੈ। ਮੈਨੂੰ ਬੁਲਾ ਲਿਆ। ਆਪ ਕਿਰਪਾਲੂ ਹੋ,
ਆਪ ਨੇ ਆਪਣਾ ਧਰਮ ਨਿਭਾਇਆ। ਮੈਂ ਸੋਚਦੀ ਸੀ ਇੰਨੇ ਸੰਗਤ ਆ ਆਨੰਦਪੁਰ ਸਾਹਿਬ ਦੇ ਵਿੱਚ, ਮੈਨੂੰ ਕਿੱਥੇ ਪਾਪਣ ਨੂੰ ਦਰਸ਼ਨ ਹੋਣੇ ਆ। ਪਰ ਮਹਾਰਾਜ ਜਿਵੇਂ ਵੀ ਤੁਹਾਡਾ ਹੁਕਮ ਹੋਵੇ, ਹੁਣ ਮੈਂ ਉਹ ਹੁਕਮ ਨੂੰ ਅੰਗੀਕਾਰ ਕਰਾਂਗੀ। ਹੁਣ ਕਰੋ ਮਹਾਰਾਜ ਜੀ ਹੁਕਮ। ਦੇਖੋ ਸੰਗਤ ਜੀ, ਇਹ ਭਾਵਨਾ ਦੀ ਗੱਲ ਹੁੰਦੀ ਆ। ਇਹ ਜਿਹੜੀ ਕਥਾ ਨਾ, ਇਹ ਭਾਵਨਾ ਲੈ ਕੇ ਆਈ ਸੀਗੀ ਉਹ ਸਿੱਖਣੀ ਵੀ ਸਤਿਗੁਰੂ ਦੇ ਮੈਂ ਦਰਸ਼ਨ ਪਰਸਣੇ ਹਨ, ਜੇ ਗੁਰੂ ਮਹਾਰਾਜ ਮੈਨੂੰ ਨਾ ਮਿਲੇ ਫਿਰ ਮੈਂ ਕਿੱਧਰ ਨੂੰ ਜਾਵਾਂਗੀ। ਇਹ ਦੇਖੋ, ਇਹ ਸਤਿਗੁਰੂ ਜੀ ਦੀ ਇਹ ਲੀਲਾ ਕਿੱਡੀ ਵੱਡੀ ਆ। ਫਿਰ ਸੁਣ ਕਲ ਗੀਤਰ ਭਏ ਪ੍ਰਸੰਨ, ਕਰਿਓ ਬਚਨ ਸਿੱਖਣੀ ਤੂੰ ਧੰਨ। ਇਹ ਪੰਕਤੀਆਂ ਸੁਣ ਕੇ ਆਪ ਜੀ ਨੂੰ ਪਤਾ ਲੱਗਿਆ ਹੋਵੇਗਾ, ਸਤਿਗੁਰੂ ਜੀ ਪ੍ਰਸੰਨ ਹੋ ਗਏ, ਬਚਨ ਕੀਤਾ ਐ ਸਿੱਖਣੀ, ਬੇਟੀ ਤੂੰ ਬੜੀ ਧੰਨ ਹੈ, ਤੇਰੇ ਪੇਕੇ ਸਹੁਰੇ ਵੀ ਧੰਨ ਹਨ। ਜਿਸ ਨੇ ਕੰਨਾਂ ਨਾਲ ਇੱਕ ਵਾਰ ਸੁਣਿਆ ਹੈ ਕਿ ਸਿੱਖਾਂ ਸੰਤਾਂ ਦੀ ਸੇਵਾ ਦੇ ਵਿੱਚ ਸਿਦਕ ਹੁੰਦਾ, ਤੇ ਉਹ ਲਾਗੇ ਕਰਨ। ਅਸੀਂ ਵੀ ਤੈਨੂੰ ਕੁਝ ਭੇਟਾ ਕਰਾਂਗੇ, ਪਰ ਉਦੋਂ ਕਰਾਂਗੇ ਜਦੋਂ ਤੇਰਾ ਪਤੀ ਤੇਰੇ ਨਾਲ ਆਵੇਗਾ। ਮਹਾਰਾਜ ਕਹਿੰਦੇ ਐ ਦੇਵੀ, ਹੁਣ ਤੁਸੀਂ ਆਪਦੇ ਘਰ ਨੂੰ ਜਾਓ। ਹੇ ਦੇਵੀ ਅਬ ਕਰੋ ਪਿਆਨਾ, ਭਈ ਭਾਵਨੀ ਪੂਰ ਮਹਾਨਾ, ਕਰ ਸੇਵਾ ਘਰ ਹੀ ਮੈਂ ਰਹੋ। ਤੇਰੀ ਭਾਵਨਾ ਪੂਰੀ ਹੋ ਗਈ, ਸਾਡੇ ਦਰਸ਼ਨ ਕਰਨਾ ਚਾਹੁੰਦੀ ਸੀ ਨਾ, ਅਸੀਂ ਆਪ ਤੈਨੂੰ ਬੁਲਾਇਆ। ਹੁਣ ਗੁਰੂ ਨੂੰ ਮਿਲਣ ਦਾ ਜੋ ਰਾਹ ਹੈ ਉਹ ਸੇਵਾ ਵਿੱਚ ਦੀ ਹੋ ਕੇ ਲੰਘਦਾ, ਉਹ ਪ੍ਰਾਪਤ ਕਰੋ। ਉਹ ਸਿੱਖਣੀ ਸੁਣ ਕੇ ਆਪਦੇ ਡੇਰੇ 'ਚ ਆਈ ਆ, ਜਾ ਕੇ ਨਾ ਆਪਦੇ ਪਤੀ ਨੂੰ ਸਾਰੀ ਗੱਲ ਦੱਸੀ ਆ। ਪ੍ਰਭੂ ਜੀ ਦਰਸ਼ਨ ਦੇ ਕੇ ਉੱਠ ਕੇ ਚਲੇ ਗਏ ਆ। ਸਾਰੇ ਲੋਕ ਵੀ ਆਪਦੇ ਘਰਾਂ ਨੂੰ ਆ ਗਏ ਆ। ਜੋ ਸਮਾਪਤੀ ਹੋਈ ਆ ਦੀਵਾਨ ਦੀ, ਗੁਰੂ ਜੀ ਨੇ ਆਰਾਮ ਦੇ ਨਾਲ ਸੌਂ ਕੇ ਰਾਤ ਬਤੀਤ ਕੀਤੀ ਆ। ਸਵੇਰ ਹੋਈ ਤੇ ਸਭਾ ਲਾਈ ਆ। ਉਹ ਸਿੱਖਣੀ ਨੇ ਆਪਣੇ ਪਤੀ ਨੂੰ ਨਾਲ ਲਿਆ, ਗੁਰੂ ਜੀ ਦੇ ਅੱਗੇ ਜਾ ਕੇ ਖੜੀ ਹੋ ਗਈ। ਉਸ ਸਮੇਂ ਗੁਰੂ ਜੀ ਨੇ ਪੁੱਛਿਆ, ਸਿੱਖਣੀਏ ਤੂੰ ਕਿਸ ਦੀ ਸਿੱਖਣੀ ਹੈ? ਉਹ ਸਿੱਖਣੀ ਆਪਦੇ ਪਤੀ ਨੂੰ ਫਿਰ ਲੈ ਆਈ ਨਾ। ਮਹਾਰਾਜ ਨੇ ਕਿਹਾ ਸੀ ਆਪਦੇ ਪਤੀ ਘਰ ਵਾਲੇ ਨੂੰ ਲੈ ਕੇ ਆਈ, ਉਹ ਫਿਰ ਲੈ ਆਈ ਆ। ਗੁਰੂ ਸਾਹਿਬ ਜੀ ਨੇ ਪੁੱਛਿਆ, ਤੂੰ ਕਿਸ ਦੀ ਸਿੱਖਣੀ ਹੈ? ਸ਼੍ਰੀ ਮੁਖ ਤੇ ਬੂਝਿਓ ਤਿਸ ਬੇਰੀ, ਸਿੱਖਣੀਏ ਸਿੱਖਣੀ ਕਿਸ ਕੇਰੀ। ਸ਼ਰਮਾਵਤ ਪੁਨ ਨਾਰ ਉਬਾਚੇ, ਸ਼ਰਮਾ ਕੇ ਇਸਤਰੀ ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ ਸੁਣੋ ਜੀ, ਸੁਣਿਓ ਪਾਤਸ਼ਾਹ ਪ੍ਰਭ ਸਾਚੇ। ਹੇ ਗੁਰੂ ਜੀ, ਮੈਂ ਆਪ ਜੀ ਅੱਗੇ ਅਰਜ਼ੋਈ ਕਰਦੀ ਹਾਂ ਕਿ ਦੇਖੋ ਜੀ, ਜੇ ਗੁਰੂ ਅਣਜਾਣ ਹੋਵੇ ਤਾਂ ਕੋਈ ਬੋਲ ਕੇ ਦੱਸੇ। ਗੁਰੂ ਜੀ ਆਪ ਜੀ ਤਾਂ ਸਭ ਜਾਣਦੇ ਹੀ ਹੋ, ਫਿਰ ਜਦੋਂ ਬਿਨ ਬੋਲਿਆ ਹੀ ਜਾਣਦੇ ਹੋ, ਮੈਨੂੰ ਦੱਸਣ ਦੀ ਕੀ ਲੋੜ ਆ। ਸੰਗਤਾਂ ਨੇ ਸੁਣਦਿਆਂ ਗੁਰੂ ਜੀ ਨੇ ਉਸ ਸਮੇਂ ਕਿਹਾ, ਹੇ ਸਿੱਖਾ, ਕਹੋ ਹੁਣ ਤੁਸੀਂ ਫਿਰ, ਇਹ ਤੇਰੀ ਸਿੱਖਣੀ ਹੈ? ਸਿੱਖ ਨੇ ਕਿਹਾ ਕਿ ਮਹਾਰਾਜ ਜੀ, ਤਨ ਮਨ ਧਨ ਸਭ ਗੁਰੂ ਦਾ ਹੀ ਹੁੰਦਾ, ਮੋਹ ਮਮਤਾ ਮੈਂ ਬੜੀ ਦੂਰ ਛੱਡੀ ਆ। ਦੇਹ ਦਾ ਸੰਜੋਗ ਕਰਕੇ ਕਹਿ ਸਕਦੇ ਆ ਇਹ ਮੇਰੀ ਇਸਤਰੀ ਆ, ਪਰ ਅਸੀਂ ਦੋਵੇਂ ਸਿੱਖ ਤੇ ਸਿੱਖਣੀ ਗੁਰੂ ਦੇ ਚਰਨਾਂ ਦੀ ਧੂੜਾਂ, ਇਹ ਇੱਕ ਸਚਾਈ ਆ। ਦੇਹ ਸੰਜੋਗੀ ਨਾਰ ਹੈ, ਸਿੱਖ ਸਖਣੀ ਗੁਰ ਧੂਰ, ਤਨ ਮਨ ਧਨ ਗੁਰ ਕੋ, ਸਭੈ ਮਮਤਾ ਛੋਡੀ ਦੂਰ। ਅਸੀਂ ਤਾਂ ਜੀ ਤੁਹਾਡੇ ਸਿੱਖ ਹਾਂ ਤੇ ਚਰਨਾਂ ਦੀ ਧੂੜਾਂ, ਬਾਕੀ ਸਾਨੂੰ ਜੋ ਮਰਜ਼ੀ ਕਹਿ ਕੇ ਬੁਲਾ ਦਿਓ, ਮੋਹ ਮਮਤਾ ਹੀ ਆ। ਫਿਰ ਗੁਰੂ ਜੀ ਕਹਿਣ ਲੱਗੇ, ਸਿੱਖਾ ਤੇਰੇ ਵਿੱਚ ਬਹੁਤ ਅਕਲ ਹੈ, ਸ਼੍ਰੀ ਮੁਖ ਤੇ ਫਰਮਾਵਣ ਕੀਨਾ। ਇਸ ਕਰਕੇ ਤੂੰ ਪਿਛਲੇ ਜਨਮਾਂ ਦੇ ਵਿੱਚ ਕੋਈ ਭਗਤ ਹੈ, ਉਹ ਸੋਝੀ ਤੈਨੂੰ ਜਲਦੀ ਹੀ ਹੋ ਜਾਵੇਗੀ, ਕਿਉਂਕਿ ਪਿਛਲੇ ਜਨਮਾਂ 'ਚ ਤੂੰ ਭਗਤ ਸੀਗਾ ਕੋਈ। ਉਤੋਂ ਤੋਂ ਹੀ ਸਿਮਰਤ ਹਰ ਧੀਰ, ਰੱਬ ਦਾ ਪਿਆਰਾ ਸੀ, ਬੜੀ ਬੰਦਗੀ ਕੀਤੀ ਆ। ਭਗਤ ਕਬੀਰ ਜੀ ਦੇ ਵਾਂਗ ਤੇਰਾ ਜੀਵਨ ਸੀਗਾ, ਜਿਵੇਂ ਭਗਤ ਕਬੀਰ ਜੀ ਹੋਏ ਨਾ, ਉਹਨਾਂ ਵਾਂਗ ਹੀ ਤੇਰਾ ਜੀਵਨ ਸੀਗਾ। ਉਸ ਸਮੇਂ ਇਹ ਸਿੱਖਣੀ ਮਾਤਾ ਲੋਈ, ਜਿਵੇਂ ਮਾਤਾ ਲੋਈ ਜੀ ਹੋਇਆ, ਉਵੇਂ ਤੇਰੇ ਘਰ ਵਿੱਚ ਮੌਜੂਦ ਸੀਗੀ। ਇੱਕ ਦਿਨ ਜੋ ਤੁਸੀਂ ਕੁਝ ਕਿਹਾ ਉਸ ਬਾਰੇ ਸੁਣੋ। ਤੁਸੀਂ ਕਿਹਾ ਆਪਦੀ ਧਰਮ ਪਤਨੀ ਨੂੰ ਸੁਣੋ ਵੀ ਇਹ ਜਨਮ ਤੋਂ ਆਪਾਂ ਕੀ ਖੱਟਿਆ। ਇਹ ਸੁਣ ਕੇ ਤੁਹਾਡੀ ਇਹ ਪਤਨੀ ਨੇ ਤੁਹਾਨੂੰ ਕਿਹਾ, ਹਾਲੇ ਵੀ ਮੈਨੂੰ ਸੇਵਾ ਦੀ ਰੀਝ ਆ। ਤਾਂ ਕਬੀਰ ਜੀ ਨੇ ਆਪਣੀ ਬੀਬੀ ਨੂੰ ਕਿਹਾ, ਇਸਤਰੀਆਂ ਦਾ ਰਾਹ ਨਹੀਂ ਇਹ, ਜੋ ਮਰਜ਼ੀ ਪਤੀ ਦੀ ਹੋਵੇ, ਪਤਨੀ ਵਾਸਤੇ ਉਚਿਤ ਹੁੰਦੀ ਆ ਉਹੀ ਕਾਰਜ ਕਰੇ। ਸੇਵਾ ਕਰਨ ਦੀ ਤੇਰੀ ਵਾਸ਼ਨਾ, ਇਸ ਵਾਸਤੇ ਆਪਾਂ ਨੂੰ ਇੱਕ ਹੋਰ ਜਨਮ ਲੈਣਾ ਪਵੇਗਾ, ਆਪਾਂ ਨੂੰ ਇੱਕ ਹੋਰ ਜਨਮ ਲੈਣਾ ਪਵੇਗਾ। ਜੇ ਤੇਰੀ ਸੇਵਾ ਕਰਨ ਦੀ ਇੱਛਾ
ਖੱਤਰੀਆਂ ਦੇ ਘਰੇ ਫਿਰ ਤੁਹਾਡਾ ਜਨਮ ਹੋ ਗਿਆ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਪੰਥ ਚੱਲੇਗਾ ਉਦੋਂ ਉਹਨਾਂ ਦੀ ਜੋਤ ਦੇ ਆਪਾਂ ਦਰਸ਼ਨ ਕਰਾਂਗੇ, ਗੁਰੂ ਜੀ ਦੇ ਬਚਨ ਵੀ ਸੁਣਾਂਗੇ, ਫਿਰ ਉਹ ਸੇਵਾ ਕਰਨ ਦੇ ਨਾਲ ਸਾਡਾ ਉਧਾਰ ਹੋ ਜਾਏਗਾ। ਇਹ ਸੁਣ ਕੇ ਇਹ ਜੋ ਮਾਤਾ ਲੋਈ ਜੀ ਵਰਗੀ ਧਰਮ ਪਤਨੀ ਆ ਤੁਹਾਡੀ ਚਰਨਾਂ ਤੇ ਢਹਿ ਪਈ। ਪਰ ਉਦੋਂ ਇਹਨੇ ਬੇਨਤੀ ਕੀਤੀ, ਤੁਸੀਂ ਫਿਰ ਵੀ ਦਾਸੀ ਨੂੰ ਨਾ ਛੱਡੋ, ਮੇਰੀ ਪ੍ਰੀਤ ਵੇਖ ਕੇ ਪ੍ਰੇਮ ਧਾਰਨ ਕਰੋ। ਫਿਰ ਇਸ ਕਰਕੇ ਨਾ ਤੁਹਾਡਾ ਦੋਵਾਂ ਦਾ ਹੀ ਦੁਆਰਾ ਜਨਮ ਹੋ ਗਿਆ। ਹੋਣਾ ਤਾਂ ਤੁਸੀਂ ਮੁਕਤ ਸੀਗਾ, ਬੰਦਗੀ ਤੁਹਾਡੀ ਮਹਾਰਾਜ ਕਹਿੰਦੇ ਇੰਨੀ ਸੀਗੀ, ਨਾਮ ਇੰਨਾ ਜਪਿਆ ਸੀਗਾ, ਪਰ ਤੁਹਾਡੇ ਅੰਦਰ ਭਾਵਨਾ ਸੀ ਅਸੀਂ ਸਾਧੂ ਸੰਤਾਂ ਦੀ ਸੇਵਾ ਕਰਨੀ ਆ, ਅਸੀਂ ਮਹਾਂਪੁਰਖਾਂ ਦੀ ਸੇਵਾ ਕਰਨੀ। ਇਸ ਕਰਕੇ ਭਾਈ ਤੁਹਾਡਾ ਜਨਮ ਹੋ ਗਿਆ। ਫਿਰ ਤੁਹਾਡਾ ਦੁਆਰਾ ਤੋਂ ਸੰਜੋਗ ਜਿਹੜੇ ਸੀਗੇ ਰੱਬ ਹੱਥੀ ਹੁੰਦੇ ਆ, ਤੇ ਤੁਹਾਡਾ ਵਿਆਹ ਵੀ ਦੁਆਰਾ ਹੋ ਗਿਆ। ਫਿਰ ਗੁਰੂ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦ ਤਿਆਰ ਕਰੋ। ਹੁਣ ਇਹ ਬੜੇ ਪਿਆਰੇ ਭਗਤਾਂ ਦੇ ਸਰੂਪ ਆਏ ਆ, ਇਹ ਦੋਨੋਂ ਦੰਪਤੀ ਪਤੀ ਪਤਨੀ ਬੜੇ ਪਿਆਰੇ ਆ। ਆਪਦੇ ਹੱਥਾਂ ਨਾਲ ਮਹਾਰਾਜ ਕਲਗੀਧਰ ਜੀ ਨੇ ਦੋਹਾਂ ਨੂੰ ਪ੍ਰਸ਼ਾਦ ਦਿੱਤਾ। ਸਿੱਖ ਸਿੱਖਣੀ ਨੇ ਉਹ ਪ੍ਰਸ਼ਾਦ ਛਕ ਲਿਆ ਤੇ ਉਹਨਾਂ ਦੇ ਕਪਾਟ ਖੁੱਲ੍ਹ ਗਏ ਛਕ ਕੇ। ਪਿਛਲੇ ਜਨਮ ਦਾ ਗਿਆਨ ਸਾਰਾ ਹੋ ਗਿਆ, ਸਾਰੀ ਜਿਵੇਂ ਜਿਵੇਂ ਬੀਤੀ ਸੀਗੀ ਸੋਝੀ ਆ ਗਈ, ਦੇਖ ਕੇ ਹੈਰਾਨ ਹੋ ਗਏ। ਗੁਰੂ ਜੀ ਬੋਲੇ, ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਸੀਗੀ ਉਸ ਸਮੇਂ ਵੀ ਮਹਾਰਾਜ ਜੀ ਨੇ ਆਖਿਆ ਭਾਈ ਜਿੰਨੇ ਭਗਤ ਹੁੰਦੇ ਆ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਦਰਸ਼ਨ ਦਿੰਦੇ ਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਏਡੀ ਕਿਰਪਾ ਹੋ ਜਾਂਦੀ ਆ, ਜਿਹੜਾ ਵੀ ਗੁਰਮੁਖ ਸੇਵਾ ਕਰਦਾ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਤੇ ਕੁਝ ਵਿਦਵਾਨਾਂ ਦਾ ਇਹ ਮੰਨਣਾ ਹੈ ਜੀ, ਇਹ ਜਿਹੜੇ ਦੰਪਤੀ ਸੀਗੇ ਭਗਤ ਕਬੀਰ ਜੀ ਤੇ ਲੋਈ ਜੀ ਦਾ ਹੀ ਦੁਆਰਾ ਜਨਮ ਹੋਇਆ। ਕੁਝ ਵਿਦਵਾਨ ਇਹ ਮੰਨਦੇ ਆ ਵੀ ਇਹ ਜਿਹੜੀ ਸਿੱਖਣੀ ਆਈ ਸੀ ਇਹ ਮਾਤਾ ਲੋਈ ਜੀ ਸੀਗੇ। ਫਿਰ ਸਤਿਗੁਰੂ ਨੇ ਕਿਹਾ ਹੁਣ ਤੁਸੀਂ ਦੇਹ ਸਹਿਤ ਆਏ ਹੋ, ਹੁਣ ਸਾਨੂੰ ਆਪਦੀ ਪਿਛਲੀ ਬਾਣੀ ਸੁਣਾਓ। ਜਿਸ ਕੋ ਸੁਣ ਕਰ ਸੰਗਤ ਪ੍ਰੀਤ, ਆਏ ਸਰਬ ਘੇਰ ਦੇ ਪ੍ਰਤੀਤ। ਫਿਰ ਤਬ ਕਬੀਰ ਗੁਣ ਸ਼ਬਦ ਸੁਣਾਏ। ਫਿਰ ਉਹ ਜਿਹੜਾ ਪਤੀ ਸੀਗਾ ਨਾ ਪਤੀਵ੍ਰਤਾ ਔਰਤ ਦਾ, ਉਹ ਭਗਤ ਕਬੀਰ ਜੀ ਸੀਗੇ। ਫਿਰ ਉਹਨਾਂ ਨੇ ਕਈ ਸ਼ਬਦ ਸੁਣਾਏ, ਜਿਵੇਂ ਪਿਛਲੇ ਜਨਮ ਵਿੱਚ ਉਹਨਾਂ ਨੇ ਬਾਣੀ ਸੀਗੀ, ਭੋਗ ਪਾ ਕੇ ਸੀਸ ਨਵਾਇਆ। ਫਿਰ ਗੁਰੂ ਜੀ ਨੇ ਫਰਮਾਇਆ ਸਾਰੇ ਭਗਤਾਂ ਦਾ ਕਬੀਰ ਸਰਦਾਰ ਹੈ ਜੀ, ਸਭ ਭਗਤਨ ਸਰਦਾਰ ਕਬੀਰ, ਰਚਿਓ ਗੁਰੂ ਕਿਆ ਪੰਥ ਗਹੀਰ। ਗੁਰੂ ਸਾਹਿਬਾਨ ਨੇ ਗੈਰ ਗੰਭੀਰ ਪੰਥ ਦੀ ਰਚਨਾ ਕੀਤੀ। ਹੁਣ ਸਿੱਖਾਂ ਦੇ ਘਰੇ ਜਾ ਕੇ ਜਨਮ ਧਾਰਨ ਕਰੋ, ਧਰਮ ਰੱਖਣ ਵਾਸਤੇ ਭੇਸ ਬਣਾਵੋ, ਪੰਜ ਕਕੇਤ ਧਾਰਨ ਕਰੋ ਜੀ, ਕਲਯੁਗ ਕੋ ਕਰਬੋ ਨਿਰਵਾਹੋ। ਕਲਯੁਗ ਦਾ ਨਿਰਵਾਹ ਕਰਨ ਵਾਸਤੇ ਸਿੱਖਾਂ ਦੇ ਘਰ ਵਿੱਚ ਜਨਮ ਲਿਓ। ਗੁਰੂ ਜੀ ਪਾਸੋਂ ਸੁਣ ਕੇ ਸਿੱਖ ਸਿੱਖਣੀ ਉਹ ਬੜੇ ਸੁਚੇਤ ਹੋ ਗਏ, ਆਪਦੇ ਘਰਾਂ ਨੂੰ ਚਲੇ ਗਏ, ਭਗਤੀ ਕਰਨ ਲੱਗ ਗਏ। ਸਾਰੇ ਭਗਤਾਂ ਨੇ ਗੁਰੂ ਜੀ ਦਾ ਬਚਨ ਮੰਨਿਆ ਤੇ ਸਿੱਖਾਂ ਦੇ ਘਰੇ ਜਨਮ ਧਾਰ ਕੇ ਆ ਗਏ, ਪੰਥ ਦੀ ਸੇਵਾ ਵਿੱਚ ਲੱਗ ਗਏ, ਤੁਰਕਾਂ ਦੇ ਨਾਲ ਜੰਗ ਮਚਾਉਣ ਲੱਗ ਗਏ। ਖਾਲਸੇ ਦਾ ਜਦੋਂ ਤੇਜ ਵਧਿਆ, ਭਇਓ ਖਾਲਸਾ ਤੇਜ ਵਿਸਾਲਾ, ਕੇਸ ਕਾਸ਼ ਧਰ ਸ਼ਸਤਰ ਕਰਾਲਾ, ਕੇਸ ਕੱਛ ਧਾਰ ਕੇ ਜੰਗ ਦੇ ਮੈਦਾਨ ਵਿੱਚ ਆਏ ਆ। ਭਏ ਵੀਰ ਰਸ ਮੈਂ ਸਵਧਾਨਾ, ਬਿਨਾ ਯੁੱਧ ਕਛ ਚਹਿ ਨਾਨ। ਸਾਰੇ ਵੀਰ ਰਸ ਵਿੱਚ ਸਾਵਧਾਨ ਹੋ ਕੇ ਯੁੱਧ ਦੇ ਮੈਦਾਨ ਦੇ ਵਿੱਚ ਆਏ ਆ ਜੀ, ਤੇ ਜ਼ੁਲਮਾਂ ਦੇ ਖਿਲਾਫ ਡਟ ਕੇ ਲੜੇ ਆ। ਤਾਂ ਇੱਥੇ ਇਹ ਜਿਹੜੀ ਗੱਲ ਕੋਈ ਅਤ ਕਥਨੀ ਨਹੀਂ ਹੈਗੀ, ਜਿਹੜੀ ਮੈਂ ਆਪ ਜੀ ਨੂੰ ਕਹਿਣੀ ਚਾਹੁੰਦਾ। ਗੁਰੂ ਪਿਆਰਿਓ, ਭਗਤ ਤਾਂ ਮੁਕਤ ਹੋ ਗਿਆ, ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਤਾਂ ਇਹ ਭਗਤ ਕਬੀਰ ਜੀ ਦੇ ਆਪਣੇ ਹੀ ਬੋਲ ਆ ਵੀ ਹੁਣ ਮੈਂ ਉਹ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਔਸਤਤ ਨਿੰਦਿਆ ਦੁੱਖ ਸੁੱਖ ਇਹ ਮੈਨੂੰ ਛੋਹ ਨਹੀਂ ਸਕਦੇ। ਤਾਂ ਆਪਾਂ ਇਹ ਜੀਵਨ ਜਿਹੜਾ ਭਗਤਾਂ ਦਾ ਵੇਖਦੇ ਹਾਂ ਕਿੰਨਾ ਹੀ ਪਿਆਰਾ, ਤਾਂ ਉਹ ਸਿੱਖਣੀ ਦੀ ਕਮਾਈ ਕਿੰਨੀ ਧਨ ਆ ਭਾਈ, ਜਿਹਨੇ ਸੁਰਤ ਆਪਦੀ ਸੇਵਾ 'ਚ ਰੱਖੀ ਆ। ਆਪਾਂ ਰੋਟੀ ਖਾਂਦੇ ਹਾਂ, ਰੋਟੀ ਖਾਂਦਿਆਂ ਤੋਂ ਪ੍ਰਸ਼ਾਦਾ ਛਕਦਿਆਂ ਤੋਂ ਸੁਰਤ ਆਪਣੀ ਮਾਇਆ 'ਚ ਅਟਕੀ ਰਹਿੰਦੀ ਆ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ, ਨਾਨਕ ਮੂਰਤ ਚਿੱਤਰ ਜਿਉ, ਛਾੜਤ ਨਾਹਨ ਭੀਤ। ਜਿਵੇਂ ਇੱਕ ਕੰਧ ਦੇ ਉੱਪਰ ਤਸਵੀਰ ਬਣਾ ਦਈਏ ਆਪਾਂ, ਤਸਵੀਰ ਕੰਧ ਤੋਂ ਫਿਰ ਅਲੱਗ ਨਹੀਂ ਹੁੰਦੀ, ਇਵੇਂ ਸਾਡਾ ਮਨ ਭਾਈ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਰਮਿਆ ਗਿਆ। ਸਰੀਰਾਂ ਦੇ ਸੁੱਖਾਂ ਵਾਸਤੇ ਅਸੀਂ ਜ਼ਿੰਦਗੀ ਜਿਉ ਰਹੇ ਹਾਂ, ਆਤਮਿਕ ਜੀਵਨ ਦੀ ਸਾਨੂੰ ਸੂਝ ਬੂਝ ਨਹੀਂ ਹੈ। ਪਰ ਮਹਾਰਾਜ ਜੀ ਨੇ ਸਾਨੂੰ ਭਾਈ ਬੜਾ ਕੁਝ ਇਸ ਤਰ੍ਹਾਂ
ਦੇ ਦਿੱਤਾ ਹੈ। ਜੋ ਸਤਿਗੁਰੂ ਦੀ ਬਾਣੀ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਆ, ਤਾਂ ਆਹ ਭਾਈ ਕਲਯੁਗ ਦਾ ਦੌਰ ਆ। ਕੀ ਕੁਝ ਹੋ ਰਿਹਾ ਤੁਸੀਂ ਜਾਣਦੇ ਹੀ ਹੋ। ਸੇਵਾ ਕਰਨ ਨੂੰ ਸਾਡਾ ਚਿੱਤ ਨਹੀਂ ਕਰਦਾ। ਮੋਬਾਈਲ ਫੋਨ, ਅਖਬਾਰ ਜਿੰਨਾ ਮਰਜ਼ੀ ਸਾਡੇ ਤੋਂ ਪੜ੍ਹਾ ਲਓ, ਟੈਲੀਵਿਜ਼ਨ 'ਤੇ ਮੂਵੀਆਂ ਆਉਂਦੀਆਂ, ਫਿਲਮਾਂ ਆਉਂਦੀਆਂ, ਉੱਥੇ ਸਾਡਾ ਚਿੱਤ ਟਿਕ ਜਾਂਦਾ। ਪਰ ਜਦੋਂ ਬਾਣੀ ਪੜ੍ਹਦੇ ਹਾਂ, ਕਿੰਨਾ ਮਨ ਸਾਡਾ ਭਟਕਦਾ, ਉਦੋਂ ਮੈਲ ਨਿਕਲਦੀ ਆ ਬਾਹਰ, ਬੰਦਾ ਕਈ ਵਾਰ ਡਰ ਜਾਂਦਾ। ਤਾਂ ਮੈਂ ਆਪ ਜੀ ਨੂੰ ਭਾਈ ਇਹੀ ਗੱਲਾਂ ਜਿਹੜੀਆਂ ਕਹਿਣੀਆਂ ਜ਼ਰੂਰੀ ਆ ਕਿ ਉਹ ਫਿਰ ਸਿੱਖਣੀ ਤੇ ਸਿੱਖ ਭਾਈ ਉਹਨਾਂ ਦਾ ਭਗਤਾਂ ਵਾਲਾ ਜੀਵਨ ਸੀਗਾ। ਚਾਹੇ ਉਹ ਭਗਤ ਕਬੀਰ ਜੀ ਹੀ ਆਪ ਜੀ ਸਮਝ ਲਵੋ, ਪਰ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਇਹ ਸਿਧਾਂਤਾਂ ਵਿੱਚ ਜਿਹੜੀ ਛੁਪੀ ਹੋਈ ਗੱਲ ਹੁੰਦੀ ਆ, ਉਹ ਆਪਾਂ ਫੜਨੀ ਹੁੰਦੀ ਆ, ਉਹ ਕੇਂਦਰੀ ਭਾਵ ਸਮਝਣਾ ਹੁੰਦਾ। ਮਹਾਰਾਜ ਜੀ ਸਾਨੂੰ ਪ੍ਰੇਰ ਰਹੇ ਆ ਰਹਿਤ ਵੱਲ ਕਿ ਤਿਆਰ ਬਰ ਤਿਆਰ ਹੋ ਕੇ ਪੰਜੇ ਕੱਕੇ, ਕੇਸ, ਕੰਘਾ, ਕੜਾ, ਕਿਰਪਾਨ, ਕਛ, ਇਹ ਸਾਰੀਆਂ ਚੀਜ਼ਾਂ ਦੇ ਧਾਰਨੀ ਹੋ ਕੇ ਭੇਖ ਵਾਲੇ ਸਿੱਖ ਨਹੀਂ ਬਣਨਾ, ਇਹਨਾਂ ਵਰਗੇ ਆਪਾਂ ਸਿੱਖ ਬਣਨਾ ਭਾਈ। ਤਾਂ ਗੁਰੂ ਮਾਨਿਓ ਗ੍ਰੰਥ ਦਾ ਸੰਕਲਪ ਸਾਨੂੰ ਮਹਾਰਾਜ ਨੇ ਦੇ ਦਿੱਤਾ। ਕਿੱਡੀਆਂ ਭੁੱਲਾਂ ਸਾਡੇ ਕੋਲੋਂ ਹੋਈਆਂ, ਕਿੰਨੀਆਂ ਗਲਤੀਆਂ ਸਾਡੇ ਕੋਲੋਂ ਹੋ ਚੁੱਕੀਆਂ ਹਨ। ਅਸੀਂ ਜ਼ਿੰਦਗੀ ਵਿੱਚ ਕਿੰਨੇ ਭਾਵ ਪਿੱਛੇ ਚਲੇ ਗਏ ਹਾਂ। ਕੀੜੀਆਂ ਵੀ ਆਪਦੀ ਸਰਦਾਰ ਕੀੜੀ ਪਿੱਛੇ ਚੱਲਦੀਆਂ। 12 ਸਿੰਘਾ ਜੰਗਲ 'ਚ ਹੁੰਦਾ, ਸਾਰੇ ਹਿਰਨ ਹਿਰਨੀਆਂ ਬੱਚੇ ਉਹਦੇ ਪਿੱਛੇ ਚੱਲਦੇ ਆ। ਅਸਮਾਨ ਦੇ ਵਿੱਚ ਕੂੰਜਾਂ ਉੱਡਦੀਆਂ, ਜਿਹੜੀ ਅੱਗੇ ਕੂੰਜ ਉੱਡਦੀ ਆ, ਸਾਰੇ ਉਹਦੇ ਪਿੱਛੇ ਪਿੱਛੇ ਉੱਡਦੇ ਆ। ਕੋਈ ਭਾਈ ਉਹਦੇ ਵਿੱਚ ਮਨ ਮਰਜ਼ੀ ਨਹੀਂ ਕਰਦਾ। ਪਰ ਇੱਕ ਸਿੱਖ ਹੀ ਆ ਜਿਹੜਾ ਆਪਦੇ ਗੁਰੂ ਨੂੰ ਛੱਡ ਕੇ ਭਾਈ ਹੋਰ ਕਿਤੇ ਮੂੰਹ ਮਾਰਦਾ ਤੁਰਿਆ ਫਿਰਦਾ, ਇਸ ਤਰ੍ਹਾਂ ਬੈਸਟਾ ਕੀੜਾ ਬਣ ਕੇ, ਕਦੇ ਕਿਤੇ ਚਲਿਆ ਗਿਆ, ਕਦੇ ਕਿਤੇ ਚਲਿਆ ਗਿਆ। ਇਹ ਗੱਲਾਂ ਆਪ ਜੀ ਨੂੰ ਕੌੜੀਆਂ ਲੱਗ ਸਕਦੀਆਂ, ਲੱਗਣੀਆਂ ਵੀ ਚਾਹੀਦੀਆਂ ਨੇ। ਮੈਂ ਆਪ ਜੀ ਨੂੰ ਇਹੀ ਕਹੂੰਗਾ ਭਾਈ, ਸੱਚੇ ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ ਜੀ। ਕਿਉਂਕਿ ਸਤਿਗੁਰੂ ਦੀ ਬਾਣੀ ਸਾਨੂੰ ਵਾਰ-ਵਾਰ ਕਹੀ ਜਾਂਦੀ ਆ ਕਿ ਜਿਹੜਾ ਬੰਦਾ ਆਪਦੇ ਗੁਰੂ ਵੱਲ ਪਿੱਠ ਕਰ ਲੈਂਦਾ ਹੈ, ਉਹਨੂੰ ਭਾਈ ਦੋ ਜਹਾਨਾਂ ਵਿੱਚ ਢੋਈ ਨਹੀਂ ਮਿਲਦੀ, ਕਿਧਰੇ ਵੀ ਉਹਨੂੰ ਢੋਈ ਨਹੀਂ ਮਿਲਦੀ। ਤਾਂ ਸਤਿਗੁਰੂ ਨੇ ਸਾਨੂੰ ਬਹੁਤ ਹੀ ਸਰਲ ਤਰੀਕਾ ਦੱਸਿਆ। ਇੱਥੇ ਜ਼ਿੰਦਗੀ ਬੜੀ ਛੋਟੀ ਆ ਤੇ ਇਹਨੂੰ ਅਜਾਈ ਨਾ ਗਵਾਉਣਾ, ਕਦੇ ਵੀ ਭੁੱਲ ਕੇ ਵੀ ਇਹਨੂੰ ਅਜਾਈ ਨਾ ਗਵਾਉਣਾ। ਜਿਹੜਾ ਬੰਦਾ ਜ਼ਿੰਦਗੀ ਵਿੱਚ ਗੁਰੂ ਪਿਆਰਿਓ ਗਲਤੀਆਂ ਹੀ ਗਲਤੀਆਂ ਕਰੀ ਜਾਂਦਾ, ਚਲੋ ਮੰਨ ਲਿਆ ਇੱਕ ਗਲਤੀ ਹੋ ਗਈ, ਮਹਾਰਾਜ ਮਾਫ ਕਰ ਦਿੰਦੇ ਆ। ਪਰ ਜਿਹੜਾ ਜਾਣ ਬੁੱਝ ਕੇ ਚਲਾਕੀਆਂ ਕਰੀ ਜਾਂਦਾ, ਫਿਰ ਇਹ ਚਲਾਕੀਆਂ ਛੱਡਣੀਆਂ ਔਖੀਆਂ ਹੋ ਜਾਂਦੀਆਂ। ਇਸ ਕਰਕੇ ਧਾਰਮਿਕ ਅਸਥਾਨ 'ਤੇ ਇਹ ਨਾ ਹੋਵੇ, ਕਈ ਵਾਰ ਅਸੀਂ ਆਪ ਨਹੀਂ ਜਾਂਦੇ, ਸਾਨੂੰ ਸਾਡੇ ਸਵਾਰਥ ਲੈ ਜਾਂਦੇ, ਪਰ ਅਸੀਂ ਸਵਾਰਥ ਨੂੰ ਰੱਖ ਕੇ ਨਹੀਂ ਜਾਣਾ ਭਾਈ। ਅਸੀਂ ਗੁਰੂ ਮਹਾਰਾਜ ਨੂੰ ਪਿਆਰ ਕਰਨਾ, ਪ੍ਰੇਮ ਕਰਨਾ ਗੁਰੂ ਸਾਹਿਬ ਜੀ ਨੂੰ, ਤਾਂ ਆਪਾਂ ਜਾਣਾ। ਇਹ ਸਾਰੀਆਂ ਚੀਜ਼ਾਂ ਅਸੀਂ ਸਮਝਦੇ ਹਾਂ। ਯਥਾਰਥ ਨਾਲ ਮੁਕਾਬਲਾ ਕਰਨ ਲਈ ਕਲਪਨਾ ਇੱਕ ਹਥਿਆਰ ਹੁੰਦੀ ਆ। ਜੇ ਅੰਦਰ ਰੌਣਕ ਨਹੀਂ ਤੇ ਬਾਹਰੋਂ ਵੀ ਨਹੀਂ ਬੰਦੇ ਦੇ ਰੌਣਕ ਦੇ ਸਕਦੀ। ਅੰਦਰ ਰੌਣਕ ਆਉਣੀ ਆ ਨਾਮ ਜਪਣ ਦੇ ਨਾਲ, ਨਾਮ ਜਪਣ ਵਾਲਿਆਂ ਦੀ ਚੜ੍ਹਾਈ ਆ। ਬਾਹਰ ਮੇਲੇ ਲੱਗਦੇ ਆ, ਲੋਕ ਇਕੱਠੇ ਹੁੰਦੇ ਆ, ਰੌਣਕ ਬਹੁਤ ਆਪਾਂ ਕਹਿੰਦੇ ਆ, ਪਰ ਅਸਲੀ ਗੱਲ ਤਾਂ ਇਹ ਆ ਵੀ ਮੇਲੇ 'ਚ ਸਿਰਫ ਭੀੜ ਹੁੰਦੀ ਆ। ਜਿਹੜੀ ਰੌਣਕ ਆ ਉਹ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਆ, ਅੰਦਰ ਦੀ। ਇਹ ਨਾਮ ਜਪਣ ਵਾਲੇ ਜਾਣਦੇ ਆ ਕਿ ਭਾਈ ਰੌਣਕ ਕੀ ਹੁੰਦੀ ਆ। ਇਹ ਸਾਰੀਆਂ ਗੱਲਾਂ ਉਮੀਦ ਕਰਦਾ ਆਪ ਜੀ ਸੁਣ ਕੇ ਪੂਰੇ ਹੀ ਅਮਲਾਂ ਵਿੱਚ ਲਿਆਉਂਗੇ, ਕਿਉਂਕਿ ਅਮਲਾਂ ਤੋਂ ਬਿਨਾਂ ਤਾਂ ਭਾਈ ਗੱਲ ਨਹੀਂ ਨਾ ਬਣਨੀ, ਅਮਲਾਂ ਤੋਂ ਬਿਨਾਂ ਨਹੀਂ ਗੱਲ ਬਣਨੀ। ਇਹੀ ਚੀਜ਼ਾਂ ਮੈਂ ਆਪ ਜੀ ਨੂੰ ਕਹਿਣੀਆਂ ਸੀਗੀਆਂ। ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਸਾਨੂੰ ਬੜਾ ਕੁਝ ਸਿਖਾਇਆ, ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਉਮਰ ਸਾਡੀ ਕਿੰਨੀ ਬੀਤ ਗਈ ਆ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਿੱਧਰ ਨੂੰ ਜਾ ਰਹੇ ਹਾਂ ਅਸੀਂ। ਅੱਜ ਸਮਾਂ ਨਹੀਂ ਬੀਤਦਾ, ਅਸੀਂ ਵੀ ਨਾਲ ਹੀ ਬੀਤ ਰਹੇ ਹਾਂ। ਆਪਾਂ ਕਹਿੰਦੇ ਸਮਾਂ ਬੀਤੀ ਜਾਂਦਾ, ਅਸੀਂ ਵੀ ਭਾਈ ਨਾਲ ਹੀ ਬੀਤੀ ਜਾਂਦੇ ਹਾਂ। ਤਾਂ ਗੁਰੂ ਸਾਹਿਬ ਰਹਿਮਤ ਹੀ ਕਰਨ ਸਾਡੇ 'ਤੇ। ਉਹ ਸਿੱਖਣੀ ਜਿਵੇਂ ਸੱਚੇ ਦਿਲੋਂ, ਉਹ ਸਿੱਖ ਜਿਵੇਂ ਸ਼ਰਧਾ ਧਾਰ ਕੇ ਮਹਾਰਾਜ ਦੇ ਦਰਬਾਰ ਵਿੱਚ ਆਏ, ਤੇ ਗੁਰੂ ਜੀ ਨੇ ਆਪ ਆਵਾਜ਼ਾਂ ਦੇ ਕੇ ਉਹਨਾਂ ਨੂੰ, ਅਰਦਾਸੀਏ ਨੂੰ ਭੇਜ ਕੇ ਇੱਕ ਸਿੰਘ ਨੂੰ, ਤੇ ਉਹਨਾਂ ਨੂੰ ਦਰਸ਼ਨ ਦਿੱਤੇ ਆ। ਗੁਰੂ ਐਵੇਂ ਨੇੜੇ ਹੋ ਕੇ ਸੁਣਦਾ ਜੇ ਭਾਵਨਾ ਹੋਵੇ। ਉਮੀਦ ਕਰਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਆਪ ਜੀ ਨੂੰ ਜ਼ਰੂਰ ਆਪ ਜੀ ਦੇ ਦਿਲ ਵਿੱਚ ਲਿਖਿਆ ਜਾਵੇਗਾ,
ਅੰਦਰ ਨਾੜਾਂ ਵਿੱਚ, ਨਸਾਂ ਨਸਾਂ ਵਿੱਚ ਤੇ ਮਨ ਦੇ ਵਿੱਚ ਉਤਰ ਜਾਵੇਗਾ। ਮਨ ਦਾ ਸ਼ਿਕਾਮਾ ਸ਼ੈਤਾਨ ਇਹ ਨਹੀਂ ਟਿਕਦਾ ਹੁੰਦਾ। ਮਨ ਸ਼ੈਤਾਨਾ, ਮਨ ਬੇਈਮਾਨਾ, ਕਦੇ ਤਾਂ ਟਿਕ ਕੇ ਬਹਿ ਜਾ, ਕਦੇ ਤਾਂ ਟਿਕ ਕੇ ਬਹਿ ਜਾ। ਉਹ ਨਿੱਤ ਸਿਆਪੇ ਤੇਰੇ ਕਰਦਾ, ਕਦੇ ਤਾਂ ਮਗਰੋਂ ਲੈ ਜਾ। ਮਨ ਸ਼ੈਤਾਨਾ, ਬੇਈਮਾਨਾ, ਕਦੇ ਤਾਂ ਟਿਕ ਕੇ ਬਹਿ ਜਾ। ਇਹ ਨਹੀਂ ਭਾਈ ਟਿਕਦਾ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਇਹ ਨਹੀਂ ਟਿਕਣਾ। ਸਤਿਗੁਰੂ ਦੀ ਬਾਣੀ ਨੂੰ ਸੁਣਨਾ ਨਹੀਂ ਚਾਹੁੰਦਾ ਇਹ, ਪਰ ਇਹ ਇਹਦੀ ਖੁਰਾਕ ਅਸਲੀ ਆਤਮਾ ਦੀ ਇਹ ਦਵਾਈ ਆ। ਇਹ ਦਵਾਈ ਕਈ ਵਾਰ ਅੜੀਅਲ ਘੋੜੇ ਦਵਾਈ ਨਹੀਂ ਲੈਂਦੇ ਹੁੰਦੇ, ਜਾਨਵਰ ਅੜੀਅਲ ਹੋ ਜਾਂਦਾ, ਆਪਾਂ ਦਵਾਈ ਖਵਾਉਂਦੇ ਆ, ਮੂੰਹ ਖੋਲ੍ਹ ਕੇ ਪਾਉਣੀ ਪੈਂਦੀ ਮੂੰਹ ਵਿੱਚ ਦਵਾਈ ਵੀ, ਉਹ ਉਹਦੇ ਲਈ ਭਲਾ ਹੁੰਦਾ। ਜਿਵੇਂ ਗਧੇ ਨੂੰ ਲੂਣ ਦਈਏ, ਕਹਿੰਦਾ ਮੇਰਾ ਕੰਨ ਪਾੜਦਾ, ਇਵੇਂ ਹੀ ਭਾਈ ਇਹ ਚੀਜ਼ਾਂ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਅਤੇ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਆ। ਅਸੀਂ ਉਦੋਂ ਟਾਲ ਮਟੋਲੇ ਜੇ ਕਰਦੇ ਹਾਂ, ਟਾਲੇ ਟੋਲੇ ਦਿਨ ਗਿਆ ਕਬੀਰ, ਵਿਆਜ ਵਢੰਤੋ ਜਾਏ। ਤਾਂ ਇਸ ਤਰ੍ਹਾਂ ਟਾਲ ਮਟੋਲੇ ਤਾਂ ਸਾਰੇ ਹੀ ਕਰਦੇ ਆ, ਭਗਤ ਵੀ ਸੰਸਾਰੀ ਵੀ। ਸੰਸਾਰੀ ਬੰਦਗੀ ਨੂੰ, ਭਗਤ ਮਾੜੇ ਕੰਮਾਂ ਨੂੰ। ਟਾਲ ਮਟੋਲੇ ਤਾਂ ਸਾਰੇ ਹੀ ਕਰਦੇ ਆ। ਇਹ ਨੀਲੇ ਆਸਮਾਨ ਦੇ ਥੱਲੇ ਕੋਈ ਵੀ ਸੌਖਾ ਤੇ ਖੁਸ਼ਹਾਲ ਨਹੀਂ ਹੈਗਾ। ਤੂੰ ਆਪਦਾ ਦਿਲ ਰੱਬ ਵਾਲੇ ਪਾਸੇ ਲਾ, ਇਹ ਪੁਰਾਣੀ ਸਰਾਂ ਤੋਂ ਲੰਘ ਜਾ। ਇਹ ਦੁਨੀਆ ਭਾਈ ਇੱਕ ਮੁਸਾਫਰਖਾਨਾ। ਇਸ ਦੁਨੀਆ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ 2 ਘੜੀਆਂ ਦਾ ਮੇਲਾ ਵੇਖਣ ਆਇਆ। ਇਸ ਮੇਲੇ 'ਚੋਂ ਜਿਹੜਾ ਖੁੰਝਿਆ, ਇਸ ਮੇਲੇ 'ਚੋਂ ਜਿਹੜਾ ਖੁੰਝਿਆ, ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਭਾਈ ਜਿਨ੍ਹਾਂ ਨਾਨਕ ਨਾਮ ਤੇ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣ ਜਾਈਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।